ਜੇ ਤੁਹਾਡਾ ਕੋਈ ਰਿਲੇਟਿਵ ਨਹੀਂ ਹੈਗਾ, ਕੋਈ ਫਰੈਂਡਸ ਫੈਮਿਲੀ ਦੇ ਵਿੱਚੋਂ ਕੋਈ ਵੀ ਨਹੀਂ ਹੈਗਾ ਕੈਨੇਡਾ, ਫਿਰ ਵੀ ਤੁਸੀਂ ਕੈਨੇਡਾ ਬਹੁਤ ਹੀ ਆਸਾਨੀ ਨਾਲ ਟੂਰਿਸਟ ਵੀਜ਼ਾ ਤੇ ਘੁੰਮਣ ਜਾ ਸਕਦੇ ਹੋ। ਨੇ ਟਰੈਵਲ ਹਿਸਟਰੀ ਦੇ ਨਾਮ ਤੇ ਹੀ ਤੁਹਾਡਾ 5-7-10 ਲੱਖ ਰੁਪਇਆ ਖਰਾਬ ਕਰਾ ਦਿੰਦੇ ਨੇ ਵੀ ਪਹਿਲਾਂ ਜੀ ਤੁਸੀਂ ਦੁਬਈ ਦਾ ਟੂਰ ਲਾ ਲਓ, ਉਸ ਤੋਂ ਬਾਅਦ ਤੁਸੀਂ ਸਿੰਗਾਪੁਰ ਦਾ ਟੂਰ ਲਾ ਲਓ, ਫਿਰ ਜੀ ਤੁਸੀਂ ਥਾਈਲੈਂਡ ਚਲੇ ਜਾਓ, ਫਿਰ ਤੁਸੀਂ ਇੰਡੋਨੇਸ਼ੀਆ ਚਲੇ ਜਾਓ। ਮਤਲਬ ਇਸ ਚੀਜ਼ ਦੇ ਵਿੱਚ ਹੀ ਤੁਹਾਡਾ ਸਾਲ ਡੇਢ ਸਾਲ ਖਰਾਬ ਕਰ ਦਿੰਦੇ ਨੇ। ਵੀਜ਼ਾ ਸਕਸੈਸ ਰੇਸ਼ੋ ਦੀ ਗੱਲ ਕਰੀਏ ਤਾਂ ਇਹੀ 4-5 ਮਹੀਨੇ ਆ ਜਿਹਦੇ ਵਿੱਚ ਵੀਜ਼ਾਸ ਬਹੁਤ ਜ਼ਿਆਦਾ ਆਉਂਦੇ ਨੇ। ਨਾਰਮਲ ਟੂਰਿਸਟ ਵੀਜ਼ਾ ਬਹੁਤ ਸਾਰੇ ਏਜੰਟਸ ਨੇ ਜਾਂ ਬਹੁਤ ਲੋਕੀ ਇੱਦਾਂ ਦੇ ਹੈਗੇ ਨੇ ਜੋ ਕਿ ਇਸ 10,000 ਦੇ ਵੀਜ਼ੇ ਨੂੰ 10 ਲੱਖ 15 ਲੱਖ 20 ਲੱਖ ਸ਼ੋਰ ਸ਼ਾਟ ਕਹਿ ਕੇ 100% ਕਹਿ ਕੇ ਗਰੰਟੀ ਕਹਿ ਕੇ ਜਾਂ ਐਮਬੈਸੀ ਦੇ ਵਿੱਚ ਸੈਟਿੰਗ ਕਹਿ ਕੇ ਵੇਚਦੇ ਨੇ। ਸੋ ਜੇ ਤੁਸੀਂ ਮਤਲਬ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ, ਵੀਜ਼ਾ ਲੈਣਾ ਨਹੀਂ ਚਾਹੁੰਦੇ, ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ, ਉਹਦੀ ਕਾਸਟ ਸਿਰਫ ਔਰ ਸਿਰਫ 8 ਤੋਂ 10,000 ਰੁਪਇਆ ਹੈ। ਉਹ ਤੋਂ ਬਾਅਦ ਤੁਹਾਡਾ ਕੰਸਲਟੈਂਟ ਹੈ ਕਿ ਉਹ ਆਪਣੀ ਐਕਸਪਰਟਿਜ਼ ਦੀ ਤੁਹਾਡੇ ਤੋਂ ਕਿੰਨਾ ਚਾਰਜ ਕਰਦਾ ਹੈ। ਮੈਡਮ ਦੇਖੋ, ਇਹ ਫਰੈਸ਼ ਪਾਸਪੋਰਟ ਵਾਲਾ ਇੱਕ ਮਿੱਥ ਹੈ। ਤੁਸੀਂ ਮੇਰੇ ਕੋਲ ਆਫਿਸ 'ਚ ਆਓਗੇ, ਮੇਰੇ ਕੋਲ ਪਤਾ ਨਹੀਂ ਕਿੰਨੇ ਕੁ ਵੀਜ਼ੇ ਪਏ ਨੇ, 100+ ਵੀਜ਼ਾ ਪਏ ਨੇ ਜਿਹੜੇ ਫਰੈਸ਼ ਪਾਸਪੋਰਟ ਤੇ ਨੇ, ਜਿਨ੍ਹਾਂ ਦੀ ਏਜ 17 ਤੋਂ 22 ਸਾਲ ਹੈ। ਫਾਈਲ ਸਪੋਰਟ ਕਰਦੀ ਹੈ ਤੁਹਾਡੇ ਟਰੈਵਲ ਨੂੰ, ਤੁਹਾਡੀ ਪ੍ਰੋਫਾਈਲ ਵੀਜ਼ਾ ਆਫਿਸਰ ਨੂੰ ਸਮਝ ਦੇ ਵਿੱਚ ਆਉਂਦੀ ਹੈ, ਤੁਹਾਡੇ ਡਾਕੂਮੈਂਟ ਸਪੋਰਟ ਕਰਦੇ ਨੇ ਤੁਹਾਡੀ ਪ੍ਰੋਫਾਈਲ ਨੂੰ, ਤਾਂ ਤੁਹਾਨੂੰ ਵੀਜ਼ਾ ਮਿਲ ਜਾਂਦਾ। ਕੋਈ ਵੀ ਇੱਦਾਂ ਦਾ ਪਰਸਨ ਜੋ ਕਿ ਤੁਹਾਨੂੰ ਸਪਾਂਸਰ ਕਰਨ ਦੇ ਲਾਇਕ ਹੈ। ਲਾਇਕ ਦਾ ਮਤਲਬ ਇਹ ਹੈ ਕਿ ਉਹਦੀ ਕੈਨੇਡਾ ਦੇ ਵਿੱਚ ਜਿਹੜੀ ਇਨਕਮ ਹੈ ਉਹ ਤੁਹਾਨੂੰ ਸਪਾਂਸਰ ਕਰਨ ਲਈ ਜ਼ਰੂਰੀ ਹੋਣੀ ਚਾਹੀਦੀ ਹੈ। ਉਹ ਜਿਹੜੀ ਇਨਕਮ ਹੈ ਉਹ ਮੈਚ ਹੋਣੀ ਚਾਹੀਦੀ ਹੈ ਕਿ ਉਹ ਬੰਦਾ ਤੁਹਾਨੂੰ ਸਪਾਂਸਰ ਕਰ ਵੀ ਸਕਦਾ ਕਿ ਨਹੀਂ ਕਰ ਸਕਦਾ। ਵੀਜ਼ਾ ਅਫਸਰ ਨੂੰ ਤੁਹਾਡੀ ਜਿਹੜੀ ਫਾਈਲ ਹੈ ਉਹ ਸਮਝ ਆਉਣੀ ਚਾਹੀਦੀ ਹੈ ਕਿ ਤੁਸੀਂ ਐਕਚੁਅਲ ਦੇ ਵਿੱਚ ਘੁੰਮਣ ਚੱਲੇ ਹੋ ਐਂਡ ਯੂ ਹੈਵ ਐਨਫ ਸੇਵਿੰਗਸ ਟੂ ਸਪੋਰਟ ਯੂਅਰ ਟਰੈਵਲ। ਤੁਹਾਡੇ ਕੋਲੇ ਸਾਰੀਆਂ ਚੀਜ਼ਾਂ ਨੇ ਤਾਂ ਤੁਸੀਂ ਈਜ਼ੀਲੀ ਹੋਟਲ ਬੁਕਿੰਗ ਤੇ ਆਪਣੀ ਫਲਾਈਟ ਦੇ ਉੱਤੇ ਵੀਜ਼ਾ ਲੈ ਸਕਦੇ ਹੋ। ਚਾਹੇ ਤੁਹਾਡੇ ਪਾਸਪੋਰਟ ਦੀ ਐਕਸਪਾਇਰੀ ਹੁਣ 1.5 ਸਾਲ ਦੀ ਹੈ, ਚਾਹੇ 3 ਸਾਲ ਦੀ ਹੈ। ਜਦੋਂ ਤੁਹਾਡਾ ਪਾਸਪੋਰਟ ਐਕਸਪਾਇਰ ਹੋਊਗਾ ਤੁਹਾਨੂੰ ਉਨੇ ਟਾਈਮ ਦਾ ਜਿਹੜਾ ਵੀਜ਼ਾ ਹੈ ਉਹ ਮਿਲਦਾ ਹੈ। ਜਿਹੜਾ ਵੀ ਬੰਦਾ ਚਾਹਵਾਨ ਹੈ ਕੈਨੇਡਾ ਜਾਣ ਦਾ, ਉਹ ਬੰਦਾ ਇਹ ਆਪਣਾ ਵੀਜ਼ਾ ਅਪਲਾਈ ਕਰ ਸਕਦਾ। ਬਟ ਇਹ ਹੈ ਕਿ ਉਹਦੇ ਕੋਲ ਡਾਕੂਮੈਂਟ ਹੋਣੇ ਚਾਹੀਦੇ ਨੇ ਸਪੋਰਟ ਕਰਨ ਦੀ ਉਹਦੇ ਟਰੈਵਲ ਨੂੰ। ਸਤਿ ਸ਼੍ਰੀ ਅਕਾਲ, ਲੁਧਿਆਣਾ ਲਾਈਵ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਪਰਮਜੀਤ ਕੌਰ। ਜੇਕਰ ਤੁਸੀਂ ਵੀ ਬਾਹਰ ਘੁੰਮਣ ਦੇ ਸ਼ੌਕੀਨ ਹੋ, ਜੇਕਰ ਤੁਸੀਂ ਵੀ ਕੈਨੇਡਾ ਦਾ ਟੂਰਿਸਟ ਵੀਜ਼ਾ ਜਾਂ ਫਿਰ ਵਿਜ਼ਟਰ ਵੀਜ਼ਾ ਲਗਵਾਉਣਾ ਚਾਹੁੰਦੇ ਹੋ, ਬਾਹਰ ਘੁੰਮਣਾ ਚਾਹੁੰਦੇ ਹੋ, ਤਾਂ ਕੀ ਇਸ ਦੀਆਂ ਰਿਕੁਆਇਰਮੈਂਟਸ ਨੇ, ਕੌਣ ਅਪਲਾਈ ਕਰ ਸਕਦਾ ਹੈ, ਇਸੇ ਟੌਪਿਕ ਤੇ ਅੱਜ ਅਸੀਂ ਗੱਲਬਾਤ ਕਰਾਂਗੇ। ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਮੌਜੂਦ ਨੇ ਆਈ ਵੀਜ਼ਾ ਇਮੀਗ੍ਰੇਸ਼ਨ ਤੋਂ ਮਿਸਟਰ ਸੁਖਵਿੰਦਰ ਜੀ। ਸਤਿ ਸ਼੍ਰੀ ਅਕਾਲ ਸਰ, ਬਹੁਤ ਬਹੁਤ ਸਵਾਗਤ ਹੈ ਸਰ। ਸਰ, ਜੋ ਲੋਕ ਕੈਨੇਡਾ ਘੁੰਮਣ ਜਾਣਾ ਚਾਹੁੰਦੇ ਨੇ, ਟੂਰਿਸਟ ਵੀਜ਼ਾ ਜਾਂ ਵਿਜ਼ਟਰ ਵੀਜ਼ਾ, ਸਰ ਕੀ ਅਪਡੇਟਸ ਨੇ ਇਸ ਸਮੇਂ ਦੇ? ਪਰਮ ਜੀ, ਆਪਾਂ ਅੱਜ ਦੀ ਗੱਲ ਕਰੀਏ ਤਾਂ ਕੈਨੇਡਾ ਦੇ ਵਿੱਚ 2 ਜੁਲਾਈ ਨੂੰ ਕੈਨੇਡਾ ਡੇ ਮੇਲਾ ਹੁੰਦਾ ਹੈ। ਉਸ ਤੋਂ ਬਾਅਦ ਹੋਰ ਵੀ ਬਹੁਤ ਸਾਰੇ ਇੱਦਾਂ ਦੇ ਇਵੈਂਟ ਨੇ ਜਿੱਥੇ ਕਿ ਤੁਸੀਂ ਕੈਨੇਡਾ ਦੇ ਵਿੱਚ ਜਾ ਸਕਦੇ ਹੋ। ਜੇ ਤੁਹਾਡਾ ਕੋਈ ਰਿਲੇਟਿਵ ਨਹੀਂ ਹੈਗਾ, ਕੋਈ ਫਰੈਂਡਸ ਫੈਮਿਲੀ ਦੇ ਵਿੱਚੋਂ ਕੋਈ ਵੀ ਨਹੀਂ ਹੈਗਾ ਕੈਨੇਡਾ, ਫਿਰ ਵੀ ਤੁਸੀਂ ਕੈਨੇਡਾ ਬਹੁਤ ਹੀ ਆਸਾਨੀ ਨਾਲ ਟੂਰਿਸਟ ਵੀਜ਼ਾ ਤੇ ਘੁੰਮਣ ਜਾ ਸਕਦੇ ਹੋ। ਆਪਾਂ ਟਾਈਮ ਦੀ ਗੱਲ ਕਰੀਏ ਤਾਂ ਇਹ ਇੱਕ ਬਹੁਤ ਵਧੀਆ ਟਾਈਮ ਹੈ। ਜੁਲਾਈ, ਅਗਸਤ, ਸੈਪਟੈਂਬਰ ਤੇ ਅਕਤੂਬਰ, ਇਹ ਜਿਹੜੇ 4 ਮਹੀਨੇ ਨੇ ਇਹਦੇ ਵਿੱਚ ਕੈਨੇਡਾ ਬਹੁਤ ਸਾਰੇ ਵੀਜ਼ਾਸ ਦਿੰਦਾ ਹੈ। ਕਿਉਂਕਿ ਇੱਕ ਤਾਂ ਜੁਲਾਈ ਦੇ ਵਿੱਚ ਡੇ ਮੇਲਾ ਹੁੰਦਾ ਹੈ, ਉਸ ਤੋਂ ਬਾਅਦ ਜਿਹੜਾ ਅਗਸਤ ਸੈਪਟੈਂਬਰ ਦਾ ਟਾਈਮ ਹੈ ਉਹ ਇੱਕ ਸੂਟੇਬਲ ਟਾਈਮ ਹੈ ਕੈਨੇਡਾ ਦੇ ਵਿੱਚ ਐਕਸਪਲੋਰ ਕਰਨ ਦਾ, ਕੈਨੇਡਾ ਦੇ ਵਿੱਚ ਘੁੰਮਣ ਦਾ ਵਧੀਆ ਟਾਈਮ ਆ ਉਹ। ਸੋ ਇਸ ਟਾਈਮ ਦੇ ਵਿੱਚ ਆਪਾਂ ਜਾ ਸਕਦੇ ਹਾਂ। ਵੀਜ਼ਾ ਸਕਸੈਸ ਰੇਸ਼ੋ ਦੀ ਗੱਲ ਕਰੀਏ ਤਾਂ ਇਹੀ 4-5 ਮਹੀਨੇ ਆ ਜਿਹਦੇ ਵਿੱਚ ਵੀਜ਼ਾਸ ਬਹੁਤ ਜ਼ਿਆਦਾ ਆਉਂਦੇ ਨੇ। ਨਾਰਮਲ ਟੂਰਿਸਟ ਵੀਜ਼ਾ, ਆਪਾਂ ਵਿਜ਼ਟਰ ਦੀ ਨਹੀਂ ਗੱਲ ਕਰ ਰਹੇ, ਨਾਰਮਲ ਟੂਰਿਸਟ ਵੀਜ਼ਾ ਦੀ ਗੱਲ ਕਰ ਰਹੇ, ਤਾਂ ਇਸ ਟਾਈਮ ਫਰੇਮ ਦੇ ਵਿੱਚ ਜਿਹੜੇ ਵੀਜ਼ਾਸ ਨੇ ਉਹ ਬਹੁਤ ਜ਼ਿਆਦਾ ਇਸ਼ੂ ਹੁੰਦੇ ਨੇ। ਸਰ, ਜੋ ਲੋਕ ਬਾਹਰ ਜਾਣਾ ਚਾਹੁੰਦੇ ਨੇ, ਟੂਰਿਸਟ ਵੀਜ਼ਾ ਲਗਾਉਣਾ ਚਾਹੁੰਦੇ ਨੇ, ਸੋ ਉਹਦੇ ਰਿਕੁਆਇਰਮੈਂਟਸ ਕੀ ਨੇ? ਦੇਖੋ, ਟੂਰਿਸਟ ਵੀਜ਼ਾ ਦੀ ਜੇ ਆਪਾਂ ਪਰਟੀਕੂਲਰ ਰਿਕੁਆਇਰਮੈਂਟ ਦੀ ਗੱਲ ਕਰੀਏ ਤਾਂ ਰਿਕੁਆਇਰਮੈਂਟ ਹੈਗੀ ਹੈ ਕਿ ਤੁਹਾਡਾ ਪਰਪਸ, ਤੁਸੀਂ ਉੱਥੇ ਘੁੰਮਣ ਫਿਰਨ ਜਾਣਾ ਚਾਹੁੰਦੇ ਹੋ, ਇਹ ਤੁਹਾਡਾ ਜਿਹੜਾ ਪਰਪਸ ਹੈ ਉਹ ਵੀਜ਼ਾ ਆਫਿਸਰ ਨੂੰ ਕਲੀਅਰ ਹੋਣਾ ਚਾਹੀਦਾ ਹੈ। ਤੁਸੀਂ ਘੁੰਮਣ ਫਿਰਨ ਜਾਣਾ ਚਾਹੁੰਦੇ ਹੋ, ਉਹਦੀ ਜੋ ਵੀ ਕਾਸਟ ਆਊਗੀ ਜਾਂ ਜੋ ਤੁਹਾਡੀ ਇਨਕਮ ਹੈ, ਇੱਥੇ ਇੰਡੀਆ ਦੀ ਆਪਾਂ ਗੱਲ ਕਰੀਏ, ਇੰਡੀਆ ਦੇ ਵਿੱਚ ਜਿਹੜੀ ਤੁਹਾਡੀ ਇਨਕਮ ਹੈ ਉਹਦੀ ਕਾਸਟ ਦੇ ਨਾਲ ਮੈਚ ਹੋਣੀ ਚਾਹੀਦੀ ਹੈ। ਕਿਉਂਕਿ ਵੀਜ਼ਾ ਆਫਿਸਰ ਨੂੰ ਵੀ ਪਤਾ ਹੈ ਜੇ ਤੁਹਾਡੀ ਈਅਰਲੀ ਇਨਕਮ 2 ਤੋਂ 2.5 ਲੱਖ ਹੈ ਤਾਂ ਘੱਟੋ ਘੱਟ 5 ਤੋਂ 8 ਲੱਖ ਤਾਂ ਉੱਥੇ ਸਿਰਫ ਜਾਣ ਦਾ ਖਰਚਾ ਹੈ। ਚਾਹੇ ਤੁਸੀਂ ਫਲਾਈਟਸ ਦੀ ਗੱਲ ਕਰ ਲਓ, ਚਾਹੇ ਤੁਸੀਂ ਹੋਟਲ ਬੁਕਿੰਗ ਦੀ ਗੱਲ ਕਰ ਲਓ, ਉੱਥੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਤੁਸੀਂ ਜਾਣਾ ਹੈ, ਫਲਾਈਟਸ ਦੀ, ਟ੍ਰੇਨਸ ਦੀ, ਹੋਟਲ ਬੁਕਿੰਗਸ, ਇਹਨਾਂ ਸਾਰੀਆਂ ਚੀਜ਼ਾਂ ਦੀ ਆਪਾਂ ਸਾਈਟ ਸੀਇੰਗ ਦੀ ਗੱਲ ਕਰ ਲਈਏ ਤਾਂ ਇਹਦੇ ਲਈ ਤੁਹਾਨੂੰ 5-7 ਲੱਖ ਰੁਪਇਆ ਚਾਹੀਦਾ ਹੈ ਜੇ ਤੁਸੀਂ ਕੈਨੇਡਾ ਦੇ ਵਿੱਚ ਘੁੰਮਣ ਜਾਣਾ ਚਾਹੁੰਦੇ ਹੋ। ਸੋ ਇੰਨੀ ਕੁ ਤੁਹਾਡੀ ਈਅਰਲੀ ਇਨਕਮ ਵੀ ਹੋਣੀ ਚਾਹੀਦੀ ਹੈ ਤੇ ਇੰਨੀ ਕੁ ਤੁਹਾਡੇ ਕੋਲ ਸੇਵਿੰਗਸ ਵੀ ਹੋਣੀ ਚਾਹੀਦੀ ਹੈ। ਤੁਹਾਡੇ ਫਾਈਨੈਂਸ਼ੀਅਲਸ ਤੁਹਾਡੀ ਸੇਵਿੰਗਸ ਦੇ ਨਾਲ ਮੈਚ ਕਰਨੇ ਚਾਹੀਦੇ ਨੇ ਤੇ ਤੁਹਾਡੀ ਸੇਵਿੰਗਸ ਤੁਹਾਡੀ ਇਨਕਮ ਨਾਲ ਮੈਚ ਕਰਦੀ ਹੋਣੀ ਚਾਹੀਦੀ ਆ। ਹੁਣ ਇਨਕਮ ਦੇ ਵਿੱਚ ਆਪਾਂ ਗੱਲ ਕਰੀਏ ਜਾਂ ਆਪਾਂ ਡਾਕੂਮੈਂਟੇਸ਼ਨ ਦੀ ਗੱਲ ਕਰੀਏ ਪ੍ਰੋਪਰ, ਜੇ ਤੁਸੀਂ ਖੇਤੀਬਾੜੀ ਕਰਦੇ ਹੋ ਤੁਹਾਡੇ ਕੋਲ ਜੇ ਫਾਰਮ ਪ੍ਰੋਪਰ ਹੋਣੇ ਚਾਹੀਦੇ ਨੇ,
ਤੁਹਾਡੇ ਕੋਲ ਤੁਹਾਡਾ ਤਹਿਸੀਲਦਾਰ ਦਾ ਇਨਕਮ ਸਰਟੀਫਿਕੇਟ ਹੋਣਾ ਚਾਹੀਦਾ ਹੈ ਜੇ ਤੁਸੀਂ ਬਣਵਾ ਸਕਦੇ ਹੋ, ਜਾਂ ਜੇ ਤੁਸੀਂ ਆਪਣੀ ਰਿਟਰਨ ਭਰਦੇ ਹੋ, ਤੁਹਾਡੇ ਕੋਲ ਡੈਰੀ ਫਾਰਮਿੰਗ ਹੈ, ਤੁਹਾਡੇ ਕੋਲ ਦੁੱਧ ਦੇ ਪੈਸੇ ਤੁਹਾਡੇ ਅਕਾਊਂਟ ਦੇ ਵਿੱਚ ਆਉਂਦੇ ਨੇ, ਜਾਂ ਅੱਜ ਕੱਲ ਤਾਂ ਜੇ ਫਾਰਮ ਸਾਰੇ ਆਨਲਾਈਨ ਹੋ ਗਏ ਨੇ। ਸੋ ਜੇ ਜੇ ਫਾਰਮ ਆਨਲਾਈਨ ਨੇ ਉਹਦੀ ਪੇਮੈਂਟ ਤੁਹਾਡੇ ਕੋਲ ਆਉਂਦੀ ਹੈ ਤਾਂ ਉਹ ਤੁਹਾਡੇ ਜਿਹੜਾ ਟਰੈਵਲ ਐਕਸਪੈਂਸਿਸ ਆ ਉਹਨੂੰ ਮੈਚ ਕਰਦੀ ਹੋਣੀ ਚਾਹੀਦੀ ਹੈ। ਸਿਰਫ ਇੰਨੀ ਕੁ ਗੱਲ ਹੈ, ਜੇ ਤੁਹਾਡੇ ਕਾਗਜ਼ ਤੁਹਾਡੇ ਟਰੈਵਲ ਦੇ ਨਾਲ ਮੈਚ ਕਰਦੇ ਨੇ, ਤੁਹਾਡੀ ਇਨਕਮ ਦੇ ਨਾਲ ਮੈਚ ਕਰਦੇ ਨੇ, ਤੁਹਾਡੀ ਸੇਵਿੰਗ ਤੁਹਾਡੇ ਅਕਾਊਂਟ ਦੇ ਵਿੱਚ ਹੈਗੀ ਹੈ, ਤੁਹਾਡੀ ਈਅਰਲੀ ਇਨਕਮ 10 ਲੱਖ ਹੈ, ਤੁਹਾਡੇ ਖਰਚੇ 5 ਲੱਖ ਨੇ, ਤਾਂ ਹਰ ਸਾਲ ਤੁਹਾਨੂੰ 5 ਲੱਖ ਦੀ ਸੇਵਿੰਗ ਹੁੰਦੀ ਹੈ, ਤਾਂ ਤੁਹਾਡੇ ਅਕਾਊਂਟ 'ਚ 15-20 ਲੱਖ ਸੇਵਿੰਗ ਹੈਗੀ ਹੈ, ਤਾਂ ਤੁਸੀਂ ਟੂਰਿਸਟ ਵੀਜ਼ਾ ਈਜ਼ੀਲੀ ਅਪਲਾਈ ਕਰ ਸਕਦੇ ਹੋ ਤੇ ਵੀਜ਼ਾ ਆਫੀਸਰ ਤੁਹਾਨੂੰ ਵੀਜ਼ਾ ਵੀ ਦੇ ਦੂਗਾ ਜੇ ਤੁਹਾਡੀ ਇੰਟੈਂਸ਼ਨ ਕਲੀਅਰਸ ਨੇ। ਸਰ ਸ਼ੋਰ ਸ਼ਾਰਟ ਕੈਨੇਡਾ ਵੀਜ਼ਾ ਕੀ ਹੈ? ਵੀ ਕਈ ਲੋਕ ਇਹਦੇ ਨਾਮ ਤੇ ਕਈ ਠੱਗੀਆਂ ਵੀ ਕਰ ਰਹੇ ਨੇ, ਸਿਸਟਮ ਕੀ ਹੈ ਸ਼ੋਰ ਸ਼ਾਰਟ ਦਾ? ਦੇਖੋ ਪਰਮ ਜੀ, ਕੈਨੇਡਾ ਇੱਕ ਐਦਾਂ ਦਾ ਹੌਟ ਟੌਪਿਕ ਹੈ, ਕੈਨੇਡਾ ਦਾ ਟੂਰਿਸਟ ਵੀਜ਼ਾ ਕਹਿ ਲਈਏ ਆਪਾਂ, ਈਵਨ ਵਿਜ਼ਟਰ ਵੀਜ਼ਾ ਵੀ ਕਹਿ ਲਈਏ, ਬਿਲਕੁਲ, ਜਿਨ੍ਹਾਂ ਦੇ ਰਿਲੇਟਿਵਸ ਆਲਰੇਡੀ ਬਾਹਰ ਨੇ, ਫਰੈਂਡਸ ਫੈਮਿਲੀ ਚੋਂ, ਜਾਂ ਆਪਾਂ ਕਹੀਏ ਘਰ ਦੇ ਆਲੇ ਦੁਆਲੇ ਦੇ ਲੋਕੀ ਜਿਹੜੇ ਬਾਹਰ ਗਏ ਹੋਏ ਨੇ, ਈਵਨ ਉੱਦਾਂ ਦੇ ਲੋਕ ਵੀ ਠੱਗੀਆਂ ਦਾ ਸ਼ਿਕਾਰ ਹੁੰਦੇ ਨੇ, ਜਿਨ੍ਹਾਂ ਨੂੰ ਕੀ ਪਤਾ ਹੈ ਕਿ ਕੈਨੇਡਾ ਦੀ ਜਿਹੜੀ ਅੰਬੈਸੀ ਫੀਸ ਹੈ ਉਹ ਸਿਰਫ ਔਰ ਸਿਰਫ $100 ਹੈ, ਵਿਜ਼ਟਰ ਵੀਜ਼ਾ ਦੀ ਵੀ ਟੂਰਿਸਟ ਵੀਜ਼ਾ ਦੀ ਵੀ। ਬਾਇਓਮੈਟ੍ਰਿਕ ਦੀ ਫੀਸ $85 ਹੈ, ਜੇ ਆਪਾਂ ਕਹੀਏ ਤਾਂ 9 ਤੋਂ 10,000 ਰੁਪਏ ਦਾ ਇਹ ਖਰਚਾ ਹੈ। ਬਟ ਐਦਾਂ ਦੇ ਲੋਕ ਵੀ ਜਿਹੜਾ ਮਤਲਬ ਕੈਨੇਡਾ ਜਾਣ ਲਈ ਇੰਨੇ ਜ਼ਿਆਦਾ ਉਤਸੁਕ ਹੋ ਜਾਂਦੇ ਨੇ, ਇੰਨੇ ਕੁ ਜ਼ਿਆਦਾ ਉਤਾਵਲੇ ਹੋ ਜਾਂਦੇ ਨੇ ਵੀ ਸਾਨੂੰ ਕਿਸੇ ਨਾ ਕਿਸੇ ਵੀ ਕੀਮਤ ਤੇ ਸਾਨੂੰ ਵੀਜ਼ਾ ਚਾਹੀਦਾ, ਉਹ ਲੋਕੀ ਠੱਗੀਆਂ ਦਾ ਸ਼ਿਕਾਰ ਹੁੰਦੇ ਨੇ। ਬਹੁਤ ਸਾਰੇ ਏਜੰਟਸ ਨੇ ਜਾਂ ਬਹੁਤ ਲੋਕੀ ਐਦਾਂ ਦੇ ਹੈਗੇ ਨੇ ਜੋ ਕਿ ਇਸ 10,000 ਦੇ ਵੀਜ਼ੇ ਨੂੰ 10 ਲੱਖ 15 ਲੱਖ 20 ਲੱਖ ਸ਼ੋਰ ਸ਼ਾਰਟ ਕਹਿ ਕੇ, 100% ਕਹਿ ਕੇ, ਗਰੰਟੀ ਕਹਿ ਕੇ, ਜਾਂ ਅੰਬੈਸੀ ਦੇ ਵਿੱਚ ਸੈਟਿੰਗ ਕਹਿ ਕੇ ਵੇਚਦੇ ਨੇ। ਸੋ ਜੇ ਤੁਸੀਂ ਕੈਨੇਡਾ ਦਾ ਵੀਜ਼ਾ ਲਾਣਾ ਚਾਹੁੰਦੇ ਹੋ, ਤੁਹਾਨੂੰ ਸ਼ੋਰ ਸ਼ਾਰਟ ਦੇ ਵਿੱਚ ਪੈਣ ਦੀ ਕੋਈ ਲੋੜ ਨਹੀਂ। ਤੁਸੀਂ ਅੱਜ ਦੀ ਡੇਟ ਦੀ ਗੱਲ ਕਰੋ, ਮੇਰੇ ਕੋਲ ਤੁਸੀਂ YouTube ਹੈ ਮੇਰਾ ਚੈਨਲ, YouTube ਚੈਨਲ ਸੁਖਵਿੰਦਰ ਵੀਜ਼ਾ ਐਕਸਪਰਟ, ਉਹਦੇ ਉੱਤੇ ਨਾ ਤੁਸੀਂ ਕਮੈਂਟ ਪੜ੍ਹ ਲਿਓ, 1000 ਤੋਂ ਉੱਤੇ ਕਮੈਂਟ ਆਏ ਹੋਏ ਨੇ ਟੂਰਿਸਟ ਵੀਜ਼ਾ ਤੇ, ਤਾਂ ਉਹਦੇ ਵਿੱਚ ਨੀਅਰ ਅਬਾਊਟ 1000 ਦੇ ਵਿੱਚੋਂ 400 ਤੋਂ 500 ਬੰਦਾ ਐਵੇਂ ਦਾ ਜਿਹੜਾ ਸ਼ੋਰ ਸ਼ਾਰਟ ਕਹਿ ਕੇ 20,000 ਤੋਂ ਲੈ ਕੇ 5 ਲੱਖ 10 ਲੱਖ ਦੀ ਠੱਗੀ ਦਾ ਸ਼ਿਕਾਰ ਹੋ ਗਿਆ। ਕਿਸੇ ਨੇ ਕਿਹਾ ਜੀ ਹਾਂਜੀ ਤੁਸੀਂ ਸਾਨੂੰ ਪਹਿਲਾਂ ਲੱਖ ਰੁਪਇਆ ਦੇ ਦਿਓ, ਅਸੀਂ ਤੁਹਾਡਾ ਸ਼ੋਰ ਸ਼ਾਰਟ ਵੀਜ਼ਾ ਅਪਲਾਈ ਕਰ ਦਾਂਗੇ। ਪ੍ਰੋਸੈਸ ਬਿਲਕੁਲ ਉਹੀ ਹੈ, $100 ਦੀ ਅੰਬੈਸੀ ਫੀਸ ਹੈ, $85 ਦੀ ਬਾਇਓਮੈਟ੍ਰਿਕ ਹੈ, ਸੇਮ ਉਹੀ ਪ੍ਰੋਸੈਸ ਫੋਲੋ ਕਰਨਾ ਹੈ, ਉਦਾਂ ਹੀ ਹੋਟਲ ਬੁਕਿੰਗ ਕਰਾਣੀ ਹੈ, ਉਦਾਂ ਹੀ ਤੁਹਾਡੀ ਜਿਹੜੀ ਹੈਗੀ ਆ ਫਲਾਈਟ ਬੁਕਿੰਗ ਹੋਣੀ ਹੈ, ਤੁਹਾਡੀ ਆਈਟਨਰੀ ਉਦਾਂ ਹੀ ਲੱਗਣੀ ਹੈ। ਬਟ ਜਿਹੜੇ ਪੈਸੇ ਨਾਮ ਦੇਤਾ ਕਿ ਹਾਂ ਸ਼ੋਰ ਸ਼ਾਰਟ, ਸਿਰਫ ਸ਼ੋਰ ਸ਼ਾਰਟ ਦਾ ਨਾਮ ਦੇਤਾ ਤੇ ਉਹ ਸ਼ੋਰ ਸ਼ਾਰਟ ਕਹਿ ਕੇ ਤੁਹਾਡੇ ਤੋਂ 10 ਲੱਖ 15 ਲੱਖ 20 ਲੱਖ ਲੈ ਲਈ, ਤੁਹਾਡਾ ਵੀਜ਼ਾ ਰਿਫਿਊਜ਼ ਹੋ ਗਿਆ। ਜਿਹੜੇ ਤੁਹਾਡੇ ਤੋਂ ਪਹਿਲਾਂ ਲੱਖ ਰੁਪਇਆ 2 ਲੱਖ 3 ਲੱਖ ਲਿੱਤਾ ਹੈ ਉਹ ਤੁਹਾਡੇ ਐਜ਼ ਐਨ ਠੱਗੀ ਉਹਨਾਂ ਨੇ ਤੁਹਾਡੇ ਕੋਲ ਰੱਖ ਲੈਣੇ ਨੇ। ਸੋ ਜੇ ਤੁਸੀਂ ਮਤਲਬ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ, ਵੀਜ਼ਾ ਲੈਣਾ ਨਹੀਂ ਚਾਹੁੰਦੇ, ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ, ਉਹਦੀ ਕਾਸਟ ਸਿਰਫ ਔਰ ਸਿਰਫ 8 ਤੋਂ 10,000 ਰੁਪਇਆ ਹੈ। ਉਹ ਤੋਂ ਬਾਅਦ ਤੁਹਾਡਾ ਕੰਸਲਟੈਂਟ ਹੈ ਕਿ ਉਹ ਆਪਣੀ ਐਕਸਪਰਟਿਜ਼ ਦੀ ਤੁਹਾਡੇ ਤੋਂ ਕਿੰਨਾ ਚਾਰਜ ਕਰਦਾ ਹੈ। ਬਟ ਜੇ ਆਪਾਂ ਕਹੀਏ ਕਿ ਉਹ ਆਪਣੀ ਐਕਸਪਰਟਿਜ਼ ਦਾ 5 ਲੱਖ ਚਾਰਜ ਕਰਦਾ, ਉਹ ਵੀ ਗਲਤ ਹੈ। ਉਹ ਤੁਹਾਡੇ ਤੋਂ 10 ਵੀ ਕਰ ਸਕਦਾ ਹੈ, ਕਈ ਲੋਕੀ 5 'ਚ ਕਰਦੇ ਨੇ, ਕਈ ਲੋਕੀ 25 'ਚ ਕਰਦੇ ਨੇ, ਕਈ ਲੋਕੀ 50 ਵੀ ਲੈਂਦੇ ਨੇ। ਉਹ ਡਿਪੈਂਡ ਕਰਦਾ ਤੁਹਾਡੀ ਫਾਈਲ ਤੇ, ਉਹਨਾਂ ਨੇ ਤੁਹਾਡੇ ਫਾਈਨੈਂਸ਼ੀਅਲਸ ਅਰੇਂਜ ਕਰਾਏ ਨੇ ਜਾਂ ਉਹਨਾਂ ਨੇ ਤੁਹਾਡੇ ਇਨਕਮ ਸਰਟੀਫਿਕੇਟ, ਇਨਕਮ ਪ੍ਰੂਫ, ਉਹਨਾਂ ਨੇ ਤੁਹਾਡੀ ਪ੍ਰੋਫਾਈਲ ਤੇ ਕਿੰਨਾ ਕੰਮ ਕੀਤਾ, ਉਹ ਐਕਸਪੈਂਸਿਸ ਤੁਹਾਡੀ ਪ੍ਰੋਫਾਈਲ ਦੇ ਉੱਤੇ ਡਿਪੈਂਡ ਕਰਦੇ ਨੇ। ਬਟ ਜੇ ਸਾਰੇ ਡਾਕੂਮੈਂਟ ਤੁਹਾਡੇ ਕੋਲ ਹੈਗੇ ਨੇ, ਚੈੱਕਲਿਸਟ ਮੈਂ ਤੁਹਾਡੇ ਨਾਲ ਸ਼ੇਅਰ ਕਰ ਦੂੰਗਾ, ਜੇ ਸਾਰੇ ਡਾਕੂਮੈਂਟ ਤੁਹਾਡੇ ਕੋਲ ਹੈਗੇ ਨੇ ਤਾਂ ਤੁਸੀਂ ਉਹ ਚੈੱਕਲਿਸਟ ਦੇ ਅਕੋਰਡਿੰਗ ਆਪਣੀ ਡਾਕੂਮੈਂਟੇਸ਼ਨ ਕਰੋ, ਆਪਣੀ ਫਾਈਲ ਚਾਹੇ ਤੁਸੀਂ ਆਪ ਅਪਲਾਈ ਕਰ ਲਓ। ਬਟ ਇਹ ਹੈ ਕਿ ਆਪਾਂ 10,000 ਦੀ ਚੀਜ਼ ਦਾ 10 ਲੱਖ ਦਈਏ, ਉਹ ਮੈਨੂੰ ਨਹੀਂ ਸਹੀ ਲੱਗਦਾ ਕਿਤੇ ਨਾ ਕਿਤੇ, ਤੇ ਨਾ ਹੀ ਉਸ ਚੀਜ਼ਾਂ 'ਚ ਆਪਾਂ ਨੂੰ ਪੈਣਾ ਚਾਹੀਦਾ। ਸਰ ਅਗਰ ਅਸੀਂ ਗੱਲ ਕਰੀਏ ਕਿ ਫਰੈਸ਼ ਪਾਸਪੋਰਟ ਤੇ ਵੀ ਟੂਰਿਸਟ ਵੀਜ਼ਾ ਆਉਂਦਾ ਹੈ ਤੇ ਕਿੰਨੇ ਕੁ ਰਿਜ਼ਲਟ ਆ ਰਹੇ ਨੇ ਇਹਦੇ ਤੇ? ਮੈਡਮ ਦੇਖੋ, ਇਹ ਫਰੈਸ਼ ਪਾਸਪੋਰਟ ਵਾਲਾ ਇੱਕ ਮਿੱਥ ਹੈ। ਤੁਸੀਂ ਮੇਰੇ ਕੋਲ ਆਫਿਸ 'ਚ ਆਓਗੇ, ਮੇਰੇ ਕੋਲ ਪਤਾ ਨਹੀਂ ਕਿੰਨੇ ਕੁ ਵੀਜ਼ੇ ਪਏ ਨੇ, 100+ ਵੀਜ਼ਾ ਪਏ ਨੇ ਜਿਹੜੇ ਫਰੈਸ਼ ਪਾਸਪੋਰਟ ਤੇ ਨੇ, ਜਿਨ੍ਹਾਂ ਦੀ ਏਜ 17 ਤੋਂ 22 ਸਾਲ ਹੈ। ਇਹ ਵੀ ਇੱਕ ਮਿੱਥ ਹੈ ਕਿ ਘੱਟ ਉਮਰ ਵਾਲੇ ਦਾ ਟੂਰਿਸਟ ਵੀਜ਼ਾ ਨਹੀਂ ਲੱਗਦਾ, ਬਟ ਐਦਾਂ ਦਾ ਕੁਝ ਨਹੀਂ ਹੈਗਾ। ਤੁਹਾਡੀ ਪ੍ਰੋਫਾਈਲ ਸਪੋਰਟ ਕਰਦੀ ਹੈ ਤੁਹਾਡੇ ਟਰੈਵਲ ਨੂੰ, ਤੁਹਾਡੀ ਪ੍ਰੋਫਾਈਲ ਵੀਜ਼ਾ ਆਫਿਸਰ ਨੂੰ ਸਮਝ ਦੇ ਵਿੱਚ ਆਉਂਦੀ ਹੈ, ਤੁਹਾਡੇ ਡਾਕੂਮੈਂਟ ਸਪੋਰਟ ਕਰਦੇ ਨੇ ਤੁਹਾਡੀ ਪ੍ਰੋਫਾਈਲ ਨੂੰ, ਤਾਂ ਤੁਹਾਨੂੰ ਵੀਜ਼ਾ ਮਿਲ ਜਾਂਦਾ। ਫਰੈਸ਼ ਪਾਸਪੋਰਟ ਵਾਲਾ ਕੋਈ ਚੱਕਰ ਨਹੀਂ। ਤੁਸੀਂ ਮੇਰੇ ਕੋਲ ਅਗਲਾ ਇੰਟਰਵਿਊ ਆਪਾਂ ਆਫਿਸ ਦੇ ਵਿੱਚ ਕਰਾਂਗੇ, ਤੁਹਾਨੂੰ ਮੈਂ ਲਾਈਵ ਤੁਹਾਨੂੰ ਮੈਂ ਵੀਜ਼ਾ ਦਿਖਾਊਂਗਾ, ਫਰੈਸ਼ ਪਾਸਪੋਰਟ ਦਿਖਾ ਦੂੰਗਾ ਤੁਹਾਨੂੰ, ਕਿਉਂਕਿ ਸਾਡੇ ਆਫਿਸ ਦੇ ਵਿੱਚ 5 10 15 ਟੂਰਿਸਟ ਵੀਜ਼ੇ ਆਏ ਹੁੰਦੇ ਨੇ, ਹਰ ਵੀਕ ਦੇ ਵਿੱਚ 5 10 ਵੀਜ਼ੇ ਆਉਂਦੇ ਨੇ, ਤੇ ਉਹ ਵੀ ਉਹਨਾਂ ਦੇ ਆਉਂਦੇ ਨੇ ਜਿਨ੍ਹਾਂ ਨੇ ਫਸਟ ਟਾਈਮ ਆਪਣਾ ਵੀਜ਼ਾ ਅਪਲਾਈ ਕੀਤਾ ਹੁੰਦਾ ਜਾਂ ਮਹੀਨਾ ਪਹਿਲਾਂ ਹੀ ਪਾਸਪੋਰਟ ਬਣਾਇਆ ਹੁੰਦਾ। ਸੋ ਐਦਾਂ ਦੀਆਂ ਗੱਲਾਂ 'ਚ ਆਪਾਂ ਨੂੰ ਆਉਣ ਦੀ ਲੋੜ ਨਹੀਂ। ਤੁਸੀਂ ਟੂਰਿਸਟ ਵੀਜ਼ਾ ਅਪਲਾਈ ਕਰਨਾ, ਡਾਕੂਮੈਂਟ ਪੂਰੇ ਕਰੋ, ਅੰਬੈਸੀ ਫੀਸ ਭਰੋ, ਆਪਣਾ ਵੀਜ਼ਾ ਅਪਲਾਈ ਕਰੋ। ਤੇ ਸਰ ਇਹਦੇ 'ਚ ਇੱਕ ਗੱਲ ਮੈਂ ਹੋਰ ਪੁੱਛਣਾ ਚਾਹਾਂਗੀ ਕਿ ਸਪਾਂਸਰਸ਼ਿਪ ਦਾ ਕਿੰਨਾ ਕੁ ਰੋਲ ਹੁੰਦਾ ਵਾ, ਕਿ ਸਪਾਂਸਰਸ਼ਿਪ ਤੋਂ ਬਿਨਾ ਵੀਜ਼ਾ ਲੱਗਦਾ ਨਹੀਂ ਲੱਗਦਾ, ਕੀ ਇਹਦੇ ਵਿੱਚ ਰੋਲ ਹੈਗਾ? ਪਰਮ ਜੀ, ਜਿਹੜੀ ਸਪਾਂਸਰ ਹੈ ਉਹ ਆਪਾਂ ਨੂੰ ਵਿਜ਼ਟਰ ਵੀਜ਼ਾ ਦੇ ਵਿੱਚ ਚਾਹੀਦੀ ਹੁੰਦੀ ਹੈ।
ਟੂਰਿਸਟ ਵੀਜ਼ਾ ਤੁਸੀਂ ਹੋਟਲ ਬੁਕਿੰਗ ਤੇ, ਕਿਸੇ ਇਵੈਂਟ ਤੇ, ਜਾਂ ਆਪਾਂ ਕਹੀਏ ਕੋਈ ਉੱਥੇ ਸ਼ੋਅ ਹੋ ਰਿਹਾ ਹੈ ਉਹਦੀ ਟਿਕਟ ਲੈ ਕੇ ਲਾ ਸਕਦੇ ਹੋ। ਬਟ ਜਿਹੜੀ ਸਪਾਂਸਰ ਹੈ ਉਹ ਤੁਹਾਨੂੰ ਵਿਜ਼ਟਰ ਦੇ ਵਿੱਚ ਚਾਹੀਦੀ ਹੁੰਦੀ ਹੈ। ਤੁਸੀਂ ਸਪਾਂਸਰ ਕਿਸੇ ਤੋਂ ਵੀ ਮੰਗਾ ਸਕਦੇ ਹੋ। ਉਹ ਕੋਈ ਕੰਪਨੀ ਹੋ ਸਕਦੀ ਹੈ, ਤੁਹਾਡੇ ਨੋਨ ਦੇ ਵਿੱਚ ਕੋਈ ਬੰਦਾ ਹੋ ਸਕਦਾ ਹੈ, ਉਹ ਤੁਹਾਡੀ ਫੈਮਿਲੀ 'ਚੋਂ ਕੋਈ ਹੋ ਸਕਦਾ ਹੈ, ਤੁਹਾਡਾ ਫੈਮਿਲੀ ਫਰੈਂਡ ਹੋ ਸਕਦਾ ਹੈ, ਉਹ ਤੁਹਾਡਾ ਫਰੈਂਡ ਹੋ ਸਕਦਾ ਹੈ, ਜਾਂ ਫਿਰ ਉਹ ਕੋਈ ਵੀ ਇੱਦਾਂ ਦਾ ਪਰਸਨ ਜੋ ਕਿ ਤੁਹਾਨੂੰ ਸਪਾਂਸਰ ਕਰਨ ਦੇ ਲਾਇਕ ਹੈ। ਲਾਇਕ ਦਾ ਮਤਲਬ ਇਹ ਹੈ ਕਿ ਉਹਦੀ ਕੈਨੇਡਾ ਦੇ ਵਿੱਚ ਜਿਹੜੀ ਇਨਕਮ ਹੈ ਉਹ ਤੁਹਾਨੂੰ ਸਪਾਂਸਰ ਕਰਨ ਲਈ ਜ਼ਰੂਰੀ ਹੋਣੀ ਚਾਹੀਦੀ ਹੈ। ਉਹ ਜਿਹੜੀ ਇਨਕਮ ਹੈ ਉਹ ਮੈਚ ਹੋਣੀ ਚਾਹੀਦੀ ਹੈ ਕਿ ਉਹ ਬੰਦਾ ਤੁਹਾਨੂੰ ਸਪਾਂਸਰ ਕਰ ਵੀ ਸਕਦਾ ਕਿ ਨਹੀਂ ਕਰ ਸਕਦਾ। ਸਪਾਂਸਰ ਦੇ ਕੁਝ ਡਾਕੂਮੈਂਟ ਹੁੰਦੇ ਨੇ, ਜਿਵੇਂ ਕਿ ਇਨਵੀਟੇਸ਼ਨ ਲੈਟਰ ਹੋ ਗਿਆ, ਉਹਦਾ ਐਡਰੈਸ ਹੋ ਗਿਆ, ਉਹਦੀ ਜੌਬ ਜਾਂ ਬਿਜ਼ਨਸ ਦੀ ਡਿਟੇਲਸ ਹੋ ਗਈਆਂ, ਉਹਦਾ ਪਾਸਪੋਰਟ ਹੋ ਗਿਆ ਜੇ ਉਹ PR ਹੈ ਜਾਂ ਉਹ ਵਰਕ ਪਰਮਿਟ ਤੇ ਹੈ, ਜੋ ਵੀ ਉਹਦਾ ਵੀਜ਼ਾ ਸਟੇਟਸ ਹੈ ਉਹ ਤੁਹਾਨੂੰ ਜੇ ਭੇਜ ਸਕਦਾ ਹੈ। ਉਸ ਤੋਂ ਬਾਅਦ ਉਹਦੀ ਇਨਕਮ ਹੋਗੀ, ਉਹਦੀ ਸਟੇਟਮੈਂਟ ਹੋਗੀ, ਜਿਹੜੀ ਸੇਵਿੰਗ ਦੀ ਸਟੇਟਮੈਂਟ ਹੈ ਉਹਦੀ ਬੈਂਕ ਅਕਾਊਂਟ ਦੀ 3 ਤੋਂ 6 ਮਹੀਨੇ ਦੀ। ਜੇ ਇੰਨੇ ਡਾਕੂਮੈਂਟ ਤੁਹਾਨੂੰ ਤੁਹਾਡਾ ਸਪਾਂਸਰ ਭੇਜ ਰਿਹਾ ਹੈ ਤਾਂ ਤੁਸੀਂ ਇੱਧਰੋਂ ਆਪਣੇ ਇਨਕਮ ਪ੍ਰੂਫ ਦਿਖਾ ਕੇ, ਆਪਣੀ ਸੇਵਿੰਗਸ ਦਿਖਾ ਕੇ ਤੁਸੀਂ ਆਪਣਾ ਵੀਜ਼ਾ ਅਪਲਾਈ ਕਰ ਸਕਦੇ ਹੋ। ਜੇ ਤੁਹਾਡਾ ਸਪਾਂਸਰ ਸਟਰੋਂਗ ਹੈ ਤੁਹਾਨੂੰ ਵੀਜ਼ਾ ਮਿਲ ਜੂਗਾ। ਤੇ ਸਰ ਹੋਟਲ ਬੁਕਿੰਗ ਤੇ ਫਲਾਈਟ ਬੁਕਿੰਗ ਤੇ ਵੀ ਵੀਜ਼ਾ ਮਿਲਦਾ ਹੈ? ਬਿਲਕੁਲ ਪਰਮ ਜੀ, ਮਿਲਦਾ ਹੈ। ਬਹੁਤ ਸਾਰੇ ਜਿਹੜੇ ਜਿਨ੍ਹਾਂ ਦਾ ਉੱਥੇ ਕੋਈ ਨਹੀਂ ਹੈਗਾ ਕੈਨੇਡਾ ਦੇ ਵਿੱਚ, ਜਿਨ੍ਹਾਂ ਨੂੰ ਕੋਈ ਉੱਥੇ ਨਹੀਂ ਜਾਣਦਾ, ਤਾਂ ਉਹ ਹੋਟਲ ਬੁਕਿੰਗ ਤੇ ਹੀ ਜਾਂਦੇ ਨੇ, ਉਹ ਫਲਾਈਟ ਬੁਕਿੰਗ ਤੇ ਵੀ ਜਾਂਦੇ ਨੇ। ਜਿਹੜੀ ਤੁਹਾਡੀ ਹੋਟਲ ਬੁਕਿੰਗ ਹੈ ਉਹ ਕਨਫਰਮ ਹੋਣੀ ਚਾਹੀਦੀ ਹੈ, ਤੁਹਾਡੀ ਜਿਹੜੀ ਫਲਾਈਟ ਹੈ ਉਹ ਵੀ ਕਨਫਰਮ ਹੋਣੀ ਚਾਹੀਦੀ ਹੈ, ਤੁਹਾਡੀ ਇੰਟੈਂਸ਼ਨ ਹੈ ਜਿਹੜੀ ਉਹ ਟੂਰਿਸਟ ਦੀ ਹੋਣੀ ਚਾਹੀਦੀ ਹੈ। ਤੁਸੀਂ ਹੋਟਲ ਬੁੱਕ ਕਰਾਇਆ ਹੈ ਜਾਂ ਤੁਹਾਡੀ ਜਿਹੜੀ ਆਈਟਨਰੀ ਬਣੀ ਹੈ, ਤੁਹਾਡੇ ਏਜੰਟ ਨੇ ਜਿੱਥੋਂ ਤੁਸੀਂ ਵੀਜ਼ਾ ਅਪਲਾਈ ਕੀਤਾ ਹੈ, ਜਿਹਨੇ ਤੁਹਾਡਾ ਟਰੈਵਲ ਪਲਾਨ ਬਣਾਇਆ ਹੈ, ਉਹ ਤੁਹਾਡਾ ਪਲਾਨ ਹੈ ਜਿਹੜਾ ਉਹ ਸਪੋਰਟ ਕਰਦਾ ਹੋਣਾ ਚਾਹੀਦਾ ਹੈ ਤੁਹਾਡੇ ਟਰੈਵਲ ਨੂੰ। ਵੀਜ਼ਾ ਅਫਸਰ ਨੂੰ ਤੁਹਾਡੀ ਜਿਹੜੀ ਫਾਈਲ ਹੈ ਉਹ ਸਮਝ ਆਉਣੀ ਚਾਹੀਦੀ ਹੈ ਕਿ ਤੁਸੀਂ ਐਕਚੁਅਲ ਦੇ ਵਿੱਚ ਘੁੰਮਣ ਚੱਲੇ ਹੋ ਐਂਡ ਯੂ ਹੈਵ ਐਨਫ ਸੇਵਿੰਗਸ ਟੂ ਸਪੋਰਟ ਯੂਅਰ ਟਰੈਵਲ। ਤੁਹਾਡੇ ਕੋਲੇ ਸਾਰੀਆਂ ਚੀਜ਼ਾਂ ਨੇ ਤਾਂ ਤੁਸੀਂ ਈਜ਼ੀਲੀ ਹੋਟਲ ਬੁਕਿੰਗ ਤੇ ਆਪਣੀ ਫਲਾਈਟ ਦੇ ਉੱਤੇ ਵੀਜ਼ਾ ਲੈ ਸਕਦੇ ਹੋ। ਤੇ ਸਰ ਅਗਰ ਅਸੀਂ ਗੱਲ ਕਰੀਏ ਕਿ ਡਿਊਰੇਸ਼ਨ ਕਿੰਨੀ ਕੁ ਹੋ ਸਕਦੀ ਹੈ ਇਹਦੀ? ਕੈਨੇਡਾ ਦੇ ਟੂਰਿਸਟ ਵੀਜ਼ਾ ਦੀ ਡਿਊਰੇਸ਼ਨ ਜਿੰਨੀ ਤੁਹਾਡੇ ਪਾਸਪੋਰਟ ਦੀ ਐਕਸਪਾਇਰੀ ਹੈ ਉਨੀ ਹੁੰਦੀ ਹੈ। ਚਾਹੇ ਤੁਹਾਡੇ ਪਾਸਪੋਰਟ ਦੀ ਐਕਸਪਾਇਰੀ ਹੁਣ 1.5 ਸਾਲ ਦੀ ਹੈ, ਚਾਹੇ 3 ਸਾਲ ਦੀ ਹੈ, ਜਦੋਂ ਤੁਹਾਡਾ ਪਾਸਪੋਰਟ ਐਕਸਪਾਇਰ ਹੋਊਗਾ ਤੁਹਾਨੂੰ ਉਨੇ ਟਾਈਮ ਦਾ ਜਿਹੜਾ ਵੀਜ਼ਾ ਹੈ ਉਹ ਮਿਲਦਾ ਹੈ। ਕਈ ਕੰਡੀਸ਼ਨ ਦੇ ਵਿੱਚ ਵੀਜ਼ਾ ਆਫਿਸਰ, ਜਾਂ ਆਪਾਂ ਕੈਨੇਡੀਅਨ ਹਾਈ ਕਮਿਸ਼ਨ ਦੀ ਗੱਲ ਕਰੀਏ ਤਾਂ ਕਈ ਕੰਡੀਸ਼ਨ ਦੇ ਵਿੱਚ ਉਹ ਤੁਹਾਨੂੰ 6 ਮਹੀਨਿਆਂ ਦਾ ਜਾਂ ਸਾਲ ਦਾ ਵੀਜ਼ਾ ਵੀ ਦਿੰਦੇ ਨੇ, ਪਰ ਉਹ ਬਹੁਤ ਘੱਟ ਹੁੰਦਾ। ਨਾਰਮਲੀ ਦੇਖਣ 'ਚ ਆਉਂਦਾ ਕਿ ਜਿੰਨੀ ਤੁਹਾਡੇ ਪਾਸਪੋਰਟ ਦੀ ਐਕਸਪਾਇਰੀ ਹੈ ਤੁਹਾਨੂੰ ਵੀਜ਼ਾ ਉਨਾ ਹੀ ਮਿਲਦਾ। ਜਦੋਂ ਤੁਸੀਂ ਪਾਸਪੋਰਟ ਰੀਨਿਊ ਕਰਵਾ ਲਿਆ ਤਾਂ ਤੁਹਾਨੂੰ ਜਿਹੜਾ ਤੁਹਾਡਾ ਵੀਜ਼ਾ ਹੈ ਉਹ ਦੁਬਾਰਾ ਲਗਾਉਣਾ ਪੈਂਦਾ ਹੈ, ਦੁਬਾਰਾ ਤੁਹਾਨੂੰ ਫਾਈਲ ਲਾਂਚ ਕਰਨੀ ਪੈਂਦੀ ਹੈ, ਤੁਹਾਨੂੰ ਐਮਬੈਸੀ ਫੀਸ ਦੁਬਾਰਾ ਭਰਨੀ ਪੈਂਦੀ ਹੈ। ਸਿਰਫ ਜਿਹੜੀ ਤੁਹਾਡੀ ਬਾਇਓਮੈਟ੍ਰਿਕ ਹੈ ਉਹ 10 ਸਾਲ ਲਈ ਵੈਲਿਡ ਹੁੰਦੀ ਹੈ। ਸਿਰਫ ਬਾਇਓਮੈਟ੍ਰਿਕ ਨਹੀਂ ਤੁਸੀਂ ਦੇਣੀ ਹੁੰਦੀ, ਬਾਕੀ ਸਾਰਾ ਪ੍ਰੋਸੈਸ ਤੁਹਾਨੂੰ, ਤੁਹਾਡੀ ਇਨਕਮ, ਜੋ ਤੁਹਾਡੀ ਸਾਰੀ ਡਾਕੂਮੈਂਟੇਸ਼ਨ ਦੁਬਾਰਾ ਹੁੰਦੀ ਹੈ। ਮਤਲਬ ਅਸੀਂ ਮੋਟਾ-ਮੋਟਾ ਹਿਸਾਬ ਲਗਾਈਏ ਤਾਂ ਮਤਲਬ ਕਿ ਮੈਕਸਿਮਮ 10 ਸਾਲ ਤੱਕ ਲੱਗ ਸਕਦਾ ਹੈ ਵੀਜ਼ਾ ਜੀ। ਤੁਹਾਡੇ ਪਾਸਪੋਰਟ ਦੀ ਡਿਊਰੇਸ਼ਨ ਮੈਕਸਿਮਮ 10 ਸਾਲ ਹੁੰਦੀ ਹੈ, ਬੱਚਿਆਂ ਦੇ ਪਾਸਪੋਰਟ ਦੀ ਡਿਊਰੇਸ਼ਨ 5 ਸਾਲ ਹੁੰਦੀ ਹੈ। ਤਾਂ ਫੈਮਿਲੀ ਦੇ ਵਿੱਚ ਜੇ ਤੁਸੀਂ ਅਪਲਾਈ ਕਰ ਰਹੇ ਹੋ, ਤੁਹਾਡੇ ਬੱਚੇ ਛੋਟੇ ਨੇ ਤਾਂ ਉਹਨਾਂ ਦਾ 5 ਸਾਲ ਦਾ ਵੀਜ਼ਾ ਲੱਗੂ। ਤੁਹਾਡੀ ਡਿਊਰੇਸ਼ਨ ਜੇ 10 ਸਾਲ ਹੈ ਤਾਂ ਤੁਹਾਡਾ 10 ਸਾਲ ਦਾ ਵੀਜ਼ਾ ਲੱਗੂਗਾ। ਬਿਲਕੁਲ। ਔਰ ਸਰ ਕੌਣ ਅਪਲਾਈ ਕਰ ਸਕਦਾ ਵਾ ਇਹ ਟੂਰਿਸਟ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਦੇ ਲਈ? ਕੀ ਰਿਕੁਆਇਰਮੈਂਟਸ ਹੁੰਦੀਆਂ ਨੇ? ਪਰਮ ਜੀ, ਜਿਹੜਾ ਵੀ ਬੰਦਾ ਚਾਹਵਾਨ ਹੈ ਕੈਨੇਡਾ ਜਾਣ ਦਾ, ਉਹ ਬੰਦਾ ਇਹ ਆਪਣਾ ਵੀਜ਼ਾ ਅਪਲਾਈ ਕਰ ਸਕਦਾ। ਬਟ ਇਹ ਹੈ ਕਿ ਉਹਦੇ ਕੋਲ ਡਾਕੂਮੈਂਟ ਹੋਣੇ ਚਾਹੀਦੇ ਨੇ ਸਪੋਰਟ ਕਰਨ ਦੀ ਉਹਦੇ ਟਰੈਵਲ ਨੂੰ। ਸੋ ਮੇਰੇ ਵੱਲੋਂ ਤਾਂ ਇਹ ਹੈ ਕਿ ਤੁਸੀਂ ਫੈਮਿਲੀ ਨਾਲ ਘੁੰਮਣ ਜਾਣਾ ਚਾਹੁੰਦੇ ਹੋ, ਚਾਹੇ ਤੁਸੀਂ ਪਹਿਲਾਂ ਕਿਤੇ ਨਹੀਂ ਗਏ। ਹੁਣ ਇੱਕ ਮਿੱਥ ਇਹ ਵੀ ਹੈ ਕਿ ਤੁਹਾਡੀ ਟਰੈਵਲ ਹਿਸਟਰੀ ਹੋਣੀ ਚਾਹੀਦੀ ਹੈ। ਕਈ ਜਿਹੜੇ ਏਜੰਟ ਨੇ ਟਰੈਵਲ ਹਿਸਟਰੀ ਦੇ ਨਾਮ ਤੇ ਤੁਹਾਡਾ 5-7-10 ਲੱਖ ਰੁਪਇਆ ਖਰਾਬ ਕਰਾ ਦਿੰਦੇ ਨੇ ਵੀ ਪਹਿਲਾਂ ਜੀ ਤੁਸੀਂ ਦੁਬਈ ਦਾ ਟੂਰ ਲਾ ਲਓ, ਉਸ ਤੋਂ ਬਾਅਦ ਤੁਸੀਂ ਸਿੰਗਾਪੁਰ ਦਾ ਟੂਰ ਲਾ ਲਓ, ਫਿਰ ਜੀ ਤੁਸੀਂ ਥਾਈਲੈਂਡ ਚਲੇ ਜਾਓ, ਫਿਰ ਤੁਸੀਂ ਇੰਡੋਨੇਸ਼ੀਆ ਚਲੇ ਜਾਓ। ਮਤਲਬ ਇਸ ਚੀਜ਼ ਦੇ ਵਿੱਚ ਹੀ ਤੁਹਾਡਾ ਸਾਲ 1.5 ਸਾਲ ਖਰਾਬ ਕਰ ਦਿੰਦੇ ਨੇ, ਤੁਹਾਨੂੰ ਸਿਰਫ ਅਰਬ ਕੰਟਰੀਜ਼ ਦੇ ਵਿੱਚ ਜਾਂ ਏਸ਼ੀਆ ਦੇ ਵਿੱਚ ਘੁਮਾ ਕੇ। ਮੇਰੇ ਵੱਲੋਂ ਤੁਹਾਡਾ ਫਰੈਸ਼ ਪਾਸਪੋਰਟ ਆ, ਤੁਹਾਡਾ ਵੀਜ਼ਾ ਲੱਗ ਜੂਗਾ। ਟਰੈਵਲ ਹਿਸਟਰੀ ਦਾ ਰੋਲ ਹੈ ਜਿਹੜਾ ਉਹ ਇੰਨਾ ਜ਼ਿਆਦਾ ਨਹੀਂ ਹੁੰਦਾ। ਕੁਛ ਰਿਫਿਊਜ਼ਲਸ ਲੱਗਦੀਆਂ ਨੇ ਕਿ ਤੁਹਾਡੀ ਟਰੈਵਲ ਹਿਸਟਰੀ ਨਹੀਂ ਹੈਗੀ ਤਾਂ ਕਰਕੇ ਅਸੀਂ ਵੀਜ਼ਾ ਰਿਫਿਊਜ਼ ਕਰਤਾ। ਉਸ ਰਿਫਿਊਜ਼ਲ ਦੇ ਵਿੱਚ ਸਿਰਫ ਇੱਕੋ ਹੀ ਚੀਜ਼ ਹੁੰਦੀ ਹੈ ਕਿ ਤੁਹਾਡਾ ਪਰਪਸ ਨਹੀਂ ਕਲੀਅਰ ਹੁੰਦਾ ਵੀਜ਼ਾ ਆਫਿਸਰ ਨੂੰ। ਉਹਨੂੰ ਇਹ ਨਹੀਂ ਕਲੀਅਰ ਹੁੰਦਾ ਕਿ ਤੁਸੀਂ ਉੱਥੇ ਜਾ ਕੇ ਘੁੰਮ ਕੇ ਵਾਪਸ ਆਣਾ ਹੈ ਕਿ ਨਹੀਂ ਆਣਾ। ਜੇ ਤੁਸੀਂ ਆਪਣੀ ਫਾਈਲ ਦੇ ਵਿੱਚ ਇਹ ਚੀਜ਼ ਬਿਲਕੁਲ ਕਲੀਅਰ ਕਰ ਦਿੰਦੇ ਹੋ ਕਿ ਜੀ ਮੈਂ ਕੈਨੇਡਾ ਘੁੰਮਣ ਚੱਲਿਆ ਤੇ ਘੁੰਮ ਕੇ ਮੈਂ ਵਾਪਸ ਆ ਜਾਊਂਗਾ, ਜੇ ਇਸ ਚੀਜ਼ ਦੀ ਸ਼ੋਰਿਟੀ ਦੇ ਦਿੰਦੇ ਹੋ ਤਾਂ ਤੁਹਾਨੂੰ ਜਿਹੜਾ ਵੀਜ਼ਾ ਹੈ ਉਹ ਫਰੈਸ਼ ਪਾਸਪੋਰਟ ਤੇ ਵੀ ਮਿਲ ਜਾਂਦਾ, ਤੁਹਾਨੂੰ ਟਰੈਵਲ ਹਿਸਟਰੀ ਬਣਾਉਣ ਦੀ ਲੋੜ ਨਹੀਂ ਪੈਂਦੀ। ਸੋ ਬਹੁਤ ਬਹੁਤ ਸ਼ੁਕਰੀਆ ਸਰ ਸਾਡੇ ਨਾਲ ਜਾਣਕਾਰੀ ਸਾਂਝੀ ਕਰਨ ਦੇ ਲਈ। ਥੈਂਕ ਯੂ ਜੀ। ਸੋ ਅਗਰ ਤੁਸੀਂ ਵੀ ਕੈਨੇਡਾ ਦਾ ਵੀਜ਼ਾ ਲਗਵਾਉਣਾ ਚਾਹੁੰਦੇ ਹੋ, ਵਿਜ਼ਟਰ ਵੀਜ਼ਾ ਲਗਵਾਉਣਾ ਚਾਹੁੰਦੇ ਹੋ ਜਾਂ ਫਿਰ ਟੂਰਿਸਟ ਵੀਜ਼ਾ ਕੈਨੇਡਾ ਘੁੰਮਣ ਜਾਣਾ ਚਾਹੁੰਦੇ ਹੋ ਤਾਂ ਮੈਨੂੰ ਉਮੀਦ ਹੈ ਕਿ ਤੁਹਾਡੇ ਜਿਹੜੇ ਡਾਊਟਸ ਨੇ ਉਹ ਹੁਣ ਤੱਕ ਕਲੀਅਰ ਹੋ ਗਏ ਹੋਣਗੇ। ਅਗਰ ਤੁਸੀਂ ਹੋਰ ਵੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆਈ ਵੀਜ਼ਾ ਇਮੀਗ੍ਰੇਸ਼ਨ ਸੁਖਵਿੰਦਰ ਜੀ ਨਾਲ ਕੰਸਲਟ ਕਰ ਸਕਦੇ ਹੋ, ਹੋਰ ਵੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਥੈਂਕ ਯੂ ਫॉर ਵਾਚਿੰਗ।